Hello, dosto. Welcome to City Punjab. So today we are going to discuss all the relevant current affairs from 12th to 13th October. ਜਿਹੜੇ ਵੀ important ਹੈ ਸਾਡੇ exam ਲਈ ਉਹ ਸਾਰੇ ਆਪਾਂ discuss ਕਰਾਂਗੇ. Right? ਅੱਗੇ ਵਧਣ ਤੋਂ ਪਹਿਲਾਂ all the programs that we are running can be seen at our website www.siddhipunjab.com. ਤੁਸੀਂ ਜਿੰਨੇ ਵੀ program ਹੈ ਉਹ avail ਕਰ ਸਕਦੇ ਹੋ by looking into this website. ਕੁਝ programs ਇੱਥੇ ਵੀ displayed ਹੈ ਪੰਜਾਬ PCS prelims ਦੀ ਤਿਆਰੀ ਲਈ ਔਰ ਟੈਸਟ ਸੀਰੀਜ਼ ਤੁਹਾਡੇ ਸਾਹਮਣੇ ਹੈ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਐਕਚੁਅਲ ਐਗਜ਼ਾਮ ਵਿੱਚ ਵੀ ਕੁਐਸਚਨ ਸੋਲਵ ਕਰ ਪਾਉਂਦੇ ਹੋ ਅਗਰ ਪਹਿਲਾਂ ਆਪਦੀ ਐਬਿਲਿਟੀਜ਼ ਨੂੰ ਟੈਸਟ ਨਹੀਂ ਕਰਦੇ ਹੋ ਆਪਦੀ ਨੌਲੇਜ ਨੂੰ ਟੈਸਟ ਨਹੀਂ ਕਰਦੇ ਹੋ ਤਾਂ ਜ਼ਿਆਦਾ ਚਾਂਸਸ ਹੈ that you won't be able to clear the examination so don't take that risk follow this test series very seriously follow the schedule very seriously ਤੁਹਾਡੀ ਰਿਵੀਜ਼ਨ ਜਿਹੜੀ ਹੈ ਫੁੱਲ ਪ੍ਰੂਫ ਹੋ ਜਾਣੀ ਹੈ ਰਾਈਟ ਇਸ ਤੋਂ ਬਾਅਦ ਮੈਂਟਰਸ਼ਿਪ ਪ੍ਰੋਗਰਾਮ ਵੀ ਰਿਕਾਰਡਡ ਪਿਆ ਹੈ ਸਾਡੀ ਵੈਬਸਾਈਟ ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਾਰੀ ਸਕਿੱਲਸ ਪਤਾ ਚੱਲਣ ਅਬਾਊਟ ਦੀ ਐਗਜ਼ਾਮ then do enroll in this program this will help you a lot about everything every aspect of the exam ਰਾਈਟ ਉਸ ਤੋਂ ਬਾਅਦ ਹੋਰ ਜੀਐਸ ਕੋਰਸਸ ਵਗੈਰਾ ਵੀ ਸਾਡੇ ਕੋਲ ਫੁੱਲ ਕੋਰਸ ਵੀ ਅਵੇਲੇਬਲ ਹੈ ਅਗਰ ਤੁਹਾਨੂੰ ਕੋਈ ਕੁਐਰੀ ਹੈ ਤੁਹਾਨੂੰ ਕੋਈ ਡਾਊਟ ਹੈ you want to discuss more with us about your exam preparation contact us at this number ਰਾਈਟ ਸਾਡਾ ਟੈਲੀਗ੍ਰਾਮ ਚੈਨਲ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ 'ਚ ਲਿੰਕ ਹੈ ਸਾਰੇ ਅਪਡੇਟਸ ਜਿਹੜੇ ਆ ਉਸ ਚੈਨਲ ਤੇ ਤੁਹਾਨੂੰ ਮਿਲਦੇ ਰਹਿਣਗੇ ਰਾਈਟ ਨਾਓ ਲੈਟਸ ਸੀ ਕਿ ਅੱਜ ਦੇ ਇੰਪੋਰਟੈਂਟ ਟੌਪਿਕਸ ਕਿਆ ਹੈ ਕੈਬਨਿਟ ऑकेज ਮੇਰਾ ਯੁਵਾ ਭਾਰਤ ਪਲੇਟਫਾਰਮ ਨਈ ਸਕੀਮ ਜਾਂ ਨया ਇਨੀਸ਼ੀਏਟਿਵ ਲਾਂਚ ਕੀਤਾ ਗਿਆ ਗਵਰਨਮੈਂਟ ਦੁਆਰਾ ਕਿਆ ਹੈ ਇਸ ਨੂੰ ਡਿਟੇਲ ਵਿੱਚ ਦੇਖਾਂਗੇ ਐਗਰੀਕਲਚਰਲ ਪ੍ਰੈਕਟਿਸਿਸ ਬਿਹਾਈਂਡ ਗਰਾਊਂਡ ਵਾਟਰ ਪੋਲਿਊਸ਼ਨ ਇਨ ਪੰਜਾਬ ਸਟੱਡੀ ਸੋ ਕਿਵੇਂ ਪੰਜਾਬ ਦਾ ਗਰਾਊਂਡ ਵਾਟਰ ਜਿਹੜਾ ਹੈ ਇਨਕਰੀਜ਼ਿੰਗਲੀ ਪੋਲਿਊਟ ਹੋ ਰਿਹਾ ਹੈ ਬਿਕੋਜ਼ ਆਫ ਫਾਲਟੀ ਐਗਰੀਕਲਚਰਲ ਪ੍ਰੈਕਟਿਸਿਸ ਇਹਦੇ ਬਾਰੇ ਦੇਖਾਂਗੇ ਇੰਡੀਆ ਇਟਲੀ ਸਾਈਨ ਡਿਫੈਂਸ ਪੈਕਟ then operation ajay to bring back Indians from Israel. Israel च condition बुरी चल रही है we all know and to combat that to protect Indian diaspora operation Ajay has been launched right Justice Ritu Bari appointed acting Chief Justice of Punjab Haryana High Court prelims ਲਈ important ਹੈ ਇਹ ਦੇਖ ਲਵਾਂਗੇ right so ਅੱਗੇ ਵਧਣ ਤੋਂ ਪਹਿਲਾਂ please like share and subscribe ਕਰੋ ਸਾਡਾ channel with as many aspirants as you can let's start with our first news cabinet ऑकेज ਮੇਰਾ ਯੁਵਾ ਭਾਰਤ ਪਲੇਟਫਾਰਮ ਰਾਈਟ ਨਾਓ ਹੁਣ ਤੁਹਾਨੂੰ ਪਤਾ ਹੀ ਹੈ ਇੰਡੀਆ ਦੀ ਸਭ ਤੋਂ ਵੱਡੀ ਵੈਲਥ ਕਿਆ ਹੈ ਇੰਡੀਆ ਦੀ ਸਭ ਤੋਂ ਵੱਡੀ ਵੈਲਥ ਹੈ ਇਟਸ ਦਾ ਯੂਥ ਇੰਡੀਆ ਇਜ਼ ਨਾਓ the most populous country of the world also ਜਲਦੀ ਹੀ ਚਾਈਨਾ ਨੂੰ ਸਰਪਾਸ ਕਰਨ ਵਾਲੇ ਹਾਂ ਅਸੀਂ ਸਾਰਿਆਂ ਨਾਲੋਂ ਵੱਡੀ ਪੋਪੂਲੇਸ਼ਨ ਵਾਲੀ ਕੰਟਰੀ ਬਣੇਗੀ ਐਂਡ ਉਹਦੇ ਵਿੱਚ ਯੰਗ ਪੀਪਲ the people who are active working age ਦੇ people ਹੈ ਜਿਨ੍ਹਾਂ ਨੇ ਸਾਡੀ ਕੰਟਰੀ ਨੂੰ ਟਰਾਂਸਫਾਰਮ ਕਰਨਾ ਹੈ ਲੇਬਰ ਪ੍ਰੋਵਾਈਡ ਕਰਨੀ ਹੈ entrepreneurship ਪ੍ਰੋਵਾਈਡ ਕਰਨੀ ਹੈ ਇਨੋਵੇਸ਼ਨ ਪ੍ਰੋਵਾਈਡ ਕਰਨੀ ਹੈ those people are in maximum numbers in India at this time of the Indian history you can say ਰਾਈਟ ਸੋ ਇਹ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਯੂਥ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰੀਏ ਸੋ ਦੈਟ ਦਿਸ ਗੋਜ਼ ਇਨਟੂ ਦੀ ਇਕਨੋਮਿਕ ਗਰੋਥ ਐਂਡ ਡਿਵੈਲਪਮੈਂਟ ਆਫ ਦੀ ਕੰਟਰੀ ਰਾਈਟ ਅਗਰ ਅਸੀਂ ਆਪਦੇ ਰਿਸੋਰਸ ਨੂੰ ਦਿਸ ਇਜ਼ ਆਵਰ ਬਿਗੇਸਟ ਰਿਸੋਰਸ ਸਾਡਾ ਅਗਰ ਇਸ ਰਿਸੋਰਸ ਨੂੰ ਪ੍ਰੋਪਰਲੀ ਯੂਟਿਲਾਈਜ਼ ਨਹੀਂ ਕਰਦੇ ਹੈ obviously it will go into waste and we will not be able to gain the benefits ਠੀਕ ਹੈ ਐਵੇਂ ਹੀ ਸਮਝ ਲਓ ਕਿ ਤੁਹਾਡੇ ਕੋਲ ਤੇਲ ਹੋਵੇ ਆਇਲ ਜਿਵੇਂ ਮਿਡਲ ਈਸਟ ਆਇਲ ਦੇ ਵੈਲਸ ਆ ਉਹਨਾਂ ਕੋਲ they have sold those oil and become so rich today saudi arabia uae ਸਾਰਿਆਂ ਨਾਲੋਂ richest countries ਹੈ one of the richest countries ਹੈ because ਉਹਨਾਂ ਨੇ ਆਇਲ ਤੋਂ ਬਹੁਤ ਕਮਾਈ ਕੀਤੀ ਹੈ ਅਗਰ ਆਪਦੇ ਉਹ ਆਇਲ ਰਿਸੋਰਸ ਨੂੰ ਸਹੀ ਟਾਈਮ ਤੇ ਯੂਜ਼ ਨਾ ਕਰਦੇ ਅਗਰ ਉਸ ਟਾਈਮ ਤੇ ਉਹਨੂੰ ਯੂਟਿਲਾਈਜ਼ ਨਾ ਕਰਦੇ ਅੱਜ ਤਾਂ ਦੇਖੋ ਆਪਾਂ ਗ੍ਰੀਨ ਲਿਵਿੰਗ ਦੀ ਗੱਲ ਕਰ ਰਹੇ ਹਾਂ ਅੱਜ ਤਾਂ ਆਪਾਂ ਹੌਲੀ ਹੌਲੀ ਪੈਟਰੋਲ ਡੀਜ਼ਲ ਕੋਲ ਇਹ ਜਿਹੀ ਚੀਜ਼ਾਂ ਨੂੰ ਖਤਮ ਕਰ ਰਹੇ ਹਾਂ ਸੋ ਮਤਲਬ ਕਿਆ ਹੈ ਦੇ ਵੁਡ ਨਾਟ ਹੈਵ ਬੀਨ ਏਬਲ ਟੂ ਯੂਜ਼ देयर ਰਿਸੋਰਸ ਨਾਓ ਅਗਰ ਉਸ ਟਾਈਮ ਤੇ ਉਹਨਾਂ ਨੇ ਪੈਸਾ ਨਾ ਕਮਾਇਆ ਹੁੰਦਾ ਉਹਨਾਂ ਦਾ ਰਿਸੋਰਸ ਸਾਰਾ ਦਾ ਸਾਰਾ ਹੁਣ ਵੇਸਟ ਜਾਣਾ ਸੀ ਸੇਮ ਇਜ਼ ਦਾ ਕੇਸ ਹੇਅਰ ਯੂਥ ਸਾਡੇ ਲਈ ਰਿਸੋਰਸ ਹੈ ਅੱਜ ਇਹ ਰਿਸੋਰਸ ਹੈ ਬਿਕੋਜ਼ ਦੇ ਆਰ ਯੰਗ ਟੂਡੇ they have that energy they have that power to innovate they have that power to take risks which is required for entrepreneurship that is how they can give growth to india right but agar aap aj ye resource use nahi karte hain this resource is going to get old after some time ਤੁਸੀਂ ਕਹਿ ਸਕਦੇ ਹੋ ਇੰਡੀਆ ਦਾ ਜਿਹੜਾ ਡੈਮੋਗ੍ਰਾਫਿਕ ਡਿਵੀਡੈਂਡ ਹੈ that will not longer be present
ਠੀਕ ਹੈ। ਇਸੇ ਹੀ ਵਿਜ਼ਨ ਦੇ ਨਾਲ ਇਸ ਹੀ ਯੂਥ ਡਿਵੀਡੈਂਡ ਨੂੰ ਯੂਜ਼ ਕਰਨ ਲਈ ਪ੍ਰਾਈਮ ਮਿਨਿਸਟਰ ਜਾਂ ਆਪਣੀ ਕੰਟਰੀ ਜਿਹੜੀ ਹੈ ਡਿਫਰੈਂਟ ਇਨੀਸ਼ੀਏਟਿਵਸ ਲੈ ਰਹੀ ਹੈ। ਉਹਨਾਂ 'ਚੋਂ ਲੇਟੈਸਟ ਇਨੀਸ਼ੀਏਟਿਵ ਜਿਹੜਾ ਲਿਖਤਾ ਗਿਆ ਹੈ ਦੈਟ ਇਜ਼ ਮੇਰਾ ਯੁਵਾ ਭਾਰਤ ਪਲੈਟਫਾਰਮ। ਠੀਕ ਹੈ ਜੀ। ਇਹ ਇੱਕ ਡਿਜੀਟਲ ਪਲੈਟਫਾਰਮ ਦੀ ਤਰ੍ਹਾਂ ਲਾਂਚ ਕੀਤਾ ਜਾਏਗਾ। ਟੈਕਨੋਲੋਜੀ ਦੇ ਥਰੂ ਯੂਥ ਨਾਲ ਇੰਗੇਜਮੈਂਟ ਕਰਨਾ, ਯੂਥ ਨੂੰ ਗਰੋਥ ਦਾ ਪਾਰਟਿਸਿਪੇਸ਼ਨ ਬਣਾਉਣਾ, दैट इज व्हाट इज द एम ऑफ दिस प्लेटफॉर्म। ठीक है। एक गवर्नमेंट प्लेटफॉर्म होगा। आई थिंक यूथ रिलेटेड सारी पॉलिसीज स्कीम्स ਜਿਹੜੀਆਂ ਹੈ ਇੱਥੇ ਪ੍ਰੈਜ਼ੈਂਟ ਕੀਤੀਆਂ ਜਾਣਗੀਆਂ। ਯੂਥ ਨੂੰ ਅਗਰ ਜੌਬਸ ਦੀ ਨੀਡ ਹੈ ਉਹ ਵੀ ਇੱਥੋਂ ਪ੍ਰੋਵਾਈਡ ਕੀਤੀ ਜਾਏਗੀ। ਗਵਰਨਮੈਂਟ ਜਿੰਨੇ ਵੀ ਪ੍ਰੋਗਰਾਮਸ ਚਲਾਏਗੀ ਟੂ ਇਨਕਲੂਡ ਯੂਥ, ਠੀਕ ਹੈ, ਪਾਰਲੀਮੈਂਟਰੀ ਪ੍ਰੋਗਰਾਮਸ ਹੋ ਸਕਦੇ ਹੈ, ਡਿਵੈਲਪਮੈਂਟਲ ਪ੍ਰੋਗਰਾਮਸ ਹੋ ਸਕਦੇ ਹੈ, ਵੋਲੰਟੀਅਰ ਪ੍ਰੋਗਰਾਮਸ ਹੋ ਸਕਦੇ ਹੈ, ਵਟਐਵਰ ਵਿਲ ਬੀ देयर, ਇੱਥੋਂ ਹੀ ਉਹ ਸਾਰੀ ਇਨਫੋਰਮੇਸ਼ਨ ਤੇ ਓਪਰਚੁਨਿਟੀਜ਼ ਆਪਣੇ ਯੂਥ ਨੂੰ ਮਿਲਿਆ ਕਰਨਗੀਆਂ। ਰਾਈਟ। ਸੋ ਦੇਖੋ ਇਸ ਪ੍ਰੋਗਰਾਮ ਦੇ ਅੰਡਰ 15 ਤੋਂ 29 ਏਜ ਦੇ ਯੂਥ ਤੇ ਮੇਜਰ ਫੋਕਸ ਰਹੇਗਾ। ਐਜ਼ ਦੀ ਡੈਫੀਨੇਸ਼ਨ ਆਫ ਯੂਥ ਆਲਸੋ ਗੋਜ਼, ਅਗਰ ਯੂਥ ਦੀ ਤੁਸੀਂ ਟੈਕਨੀਕਲ ਡੈਫੀਨੇਸ਼ਨ ਦੇਖੋ ਤਾਂ ਇਹ ਡੈਫੀਨੇਸ਼ਨ ਦੇ ਅੰਡਰ ਹੀ ਯੂਥ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਵੀ ਜਿੰਨੀ ਵੀ ਵਰਕਿੰਗ ਏਜ ਪੋਪੂਲੇਸ਼ਨ ਹੈ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਂਦਾ ਹੈ, ਬਟ ਇਹ ਅਰਲੀ ਏਜ ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਨੂੰ ਸਹੀ ਡਾਇਰੈਕਸ਼ਨ ਫਿਊਚਰ ਲਈ ਦਿੱਤੀ ਜਾ ਸਕੇ। ਰਾਈਟ। ਐਡੋਲਸੈਂਟਸ ਤੇ ਵੀ ਫੋਕਸ ਕੀਤਾ ਜਾਏਗਾ। 10 to 19 ਇਅਰਸ ਦੇ ਜਿਹੜੇ ਅੱਗੇ ਚੱਲ ਕੇ ਯੂਥ ਬਣਨਗੇ ਉਹਨਾਂ ਬੱਚਿਆਂ ਤੇ ਵੀ ਫੋਕਸ ਕੀਤਾ ਜਾਏਗਾ। ਰਾਈਟ। ਇੱਕ ਸੈਂਟਰਲਾਈਜ਼ਡ ਡਾਟਾਬੇਸ ਬਣਾਇਆ ਜਾਏਗਾ ਸਾਰੇ ਇੰਡੀਆ ਦੀ ਯੂਥ, ਉਹਨਾਂ ਦੀ ਐਸਪੀਰੇਸ਼ਨਸ, ਉਹਨਾਂ ਦੀ ਕੁਆਲੀਫਿਕੇਸ਼ਨਸ ਕਿਹਦੇ ਨਾਲ ਉਹਨੂੰ ਮੈਚ ਕਰ ਸਕਦੇ ਆ, ਇਹ ਸਭ ਲਈ ਇੱਕ ਸੈਂਟਰਲਾਈਜ਼ਡ ਡਾਟਾਬੇਸ ਬਣਾਇਆ ਜਾਏਗਾ। ਗਵਰਨਮੈਂਟ ਦੀ ਪੂਰੀ ਸਕੀਮਸ ਵੀ ਇੱਥੇ ਰਜਿਸਟਰਡ ਹੋਣਗੀਆਂ। ਇੰਡੀਆ ਦੇ ਯੂਥ ਦੀ ਇਨਫੋਰਮੇਸ਼ਨ ਵੀ ਇੱਥੇ ਰਜਿਸਟਰਡ ਹੋਏਗੀ ਤਾਂ ਕਿ ਯੂਥ ਤੇ ਗਵਰਨਮੈਂਟ ਸਕੀਮਸ ਨੂੰ ਇਕੱਠਾ ਲਿਆ ਕੇ ਇਹਨੂੰ ਕਨਵਰਜ ਕੀਤਾ ਜਾ ਸਕੇ। ਰਾਈਟ। ਨਾਓ ਯੂਥ ਵਿਲ ਬੀ ਸੀਨ ਐਜ਼ ਐਕਟਿਵ ਡਰਾਈਵਰਸ ਆਫ ਡਿਵੈਲਪਮੈਂਟ। ਇਹਨਾਂ ਨੂੰ ਬਿਲਕੁਲ ਐਕਟਿਵਲੀ ਪਾਰਟਿਸਿਪੇਟ ਕਰਨਾ ਪੈਣਾ ਹੈ। ਇਹ ਨਹੀਂ ਹੈ ਕਿ ਸਿਰਫ ਗਵਰਨਮੈਂਟ ਦੀ ਸਕੀਮਸ ਲਈ ਇਹ ਵੇਟ ਕਰਦੇ ਰਹਿਣਗੇ, ਰਾਦਰ ਦੇ ਵਿਲ engage with the government through this digital platform that is being envisaged here। ਅੱਗੇ ਜਾ ਕੇ ਕਿਆ ਹੋਏਗਾ ਉਹ ਤਾਂ ਦੇਖੋ ਐਕਚੁਅਲ ਡਿਟੇਲਸ ਤੋਂ ਪਤਾ ਚੱਲੇਗਾ। ਹਜੇ ਤੱਕ ਤਾਂ ਇਹ ਸਿਰਫ ਵਿਜ਼ਨ ਹੈ, ਥੋੜੀ ਕਲੀਅਰ ਘੱਟ ਹੈ, ਬਟ ਉਹੀ ਇੰਪਲੀਮੈਂਟੇਸ਼ਨ ਤੇ ਪਤਾ ਚੱਲੂ ਕਿ ਇਹਨੂੰ ਐਕਚੁਅਲ ਰੀਅਲ ਲਾਈਫ 'ਚ ਕਿਵੇਂ ਕਰਨਾ ਚਾਹ ਰਹੀ ਹੈ ਗਵਰਨਮੈਂਟ। ਰਾਈਟ। ਉਸ ਤੋਂ ਬਾਅਦ ਯੂਥ ਨੂੰ ਕਮਿਊਨਿਟੀ ਚੇਂਜ ਏਜੰਟਸ ਐਂਡ ਨੈਸ਼ਨਲ ਬਿਲਡਰਸ ਦੀ ਤਰ੍ਹਾਂ ਵੀ ਦੇਖਿਆ ਜਾ ਰਿਹਾ ਹੈ। ਦੇ ਵਿਲ ਨਾਟ ਜਸਟ ਸਿਟ ਐਂਡ ਐਕਟ ਐਜ਼ ਆਈ ਸੈਡ, ਦੇ ਵਿਲ ਵਰਕ ਇਨ ਬ੍ਰਿੰਗਿੰਗ ਅਬਾਊਟ ਗਰੋਥ ਐਂਡ ਡਿਵੈਲਪਮੈਂਟ ਇਨ ਦੀ ਕੰਟਰੀ। ਰਾਈਟ। ਕਮਿਊਨਿਟੀ 'ਚ ਜਿੰਨੇ ਚੇਂजेस ਲਿਆਣੇ ਹੈ ਉਸ 'ਚ ਵੀ ਇਹ ਪਾਰਟਿਸਿਪੇਟ ਕਰੇਗੀ। ਰਾਈਟ। ਸੋ ਇਸ ਪ੍ਰੋਗਰਾਮ ਤੋਂ ਕਿਆ ਐਨਵਿਸੇਜ ਕੀਤਾ ਜਾ ਰਿਹਾ ਹੈ ਕਿ ਅੱਗੇ ਚੱਲ ਕੇ ਆਪਾਂ ਨੂੰ ਕਿਆ ਰਿਜ਼ਲਟਸ ਮਿਲਣਗੇ। ਯੂਥ ਵਿੱਚ ਲੀਡਰਸ਼ਿਪ ਡਿਵੈਲਪ ਕੀਤੀ ਜਾਏਗੀ ਬਾਈ ਇੰਗੇਜਿੰਗ them in various community programs। ਯੂਥ ਨੂੰ ਸੋਸ਼ਲ ਇਨੋਵੇਟਰਸ ਦੀ ਤਰ੍ਹਾਂ ਇਨਵੋਲਵ ਕੀਤਾ ਜਾਏਗਾ ਤਾਂ ਕਿ ਉਹ ਸੋਸਾਇਟੀ 'ਚ ਜਿਹੜੇ ਇਸ਼ੂਜ਼ ਹੈ, ਸਾਡੀ ਕਮਿਊਨਿਟੀ 'ਚ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਸੋਲਿਊਸ਼ਨਸ ਪ੍ਰੋਵਾਈਡ ਕਰ ਸਕਣ। ਇਹੋ ਜਿਹੇ ਕੰਮਾਂ ਵਿੱਚ ਵੀ ਯੂਥ ਨੂੰ ਇੰਗੇਜ ਕੀਤਾ ਜਾਏਗਾ। ਰਾਈਟ। ਕਨਵਰਜੈਂਸ ਬਿਟਵੀਨ ਪ੍ਰੋਗਰਾਮਸ। ਦੇਖੋ ਕਨਵਰਜੈਂਸ ਹਮੇਸ਼ਾ ਸਮਝ ਲਓ ਬਹੁਤ ਜ਼ਰੂਰੀ ਹੈ ਗਵਰਨਮੈਂਟ ਸਕੀਮਸ ਲਈ। ਬਹੁਤ ਸਾਰੀ ਸਕੀਮਸ ਹੈ ਜਿਹੜੀਆਂ ਯੂਥ ਦੇ ਉੱਤੇ ਫੋਕਸਡ ਹੋਣਗੀਆਂ। ਇੰਡੀਆ 'ਚ ਆਲਰੇਡੀ ਬਹੁਤ ਸਕੀਮਸ ਇਹ ਚੱਲ ਰਹੀਆਂ ਹੋਣਗੀਆਂ, ਬਟ ਕਿਆ ਹੁੰਦਾ ਹੈ ਕਿ ਇੰਨੀਆਂ ਸਕੀਮਸ ਹੈ ਉਹਨਾਂ ਦੇ ਵਿੱਚ ਕੋਈ ਕੰਬੀਨੇਸ਼ਨ, ਕੋਈ ਕੋਹਰੈਂਸ ਨਹੀਂ ਹੁੰਦੀ ਹੈ। ਹਰ ਇੱਕ ਸਕੀਮ ਅਲੱਗ ਡਾਇਰੈਕਸ਼ਨ 'ਚ ਕੰਮ ਕਰਦੀ ਰਹਿੰਦੀ ਹੈ। ਰਾਈਟ। ਬਟ ਇਫ ਦੇ ਸਟਾਰਟ ਐਕਟਿੰਗ ਇਨ ਵਨ ਡਾਇਰੈਕਸ਼ਨ ਦੈਟ ਇਜ਼ ਫੋਕਸਿੰਗ ਔਨ ਯੂਥ, ਇੱਕ ਸਕੀਮ ਲੈਟਸ ਸੇ ਨਿਊਟ੍ਰੀਸ਼ਨ ਪ੍ਰੋਵਾਈਡ ਕਰ ਰਹੀ ਹੈ, ਇੱਕ ਸਕੀਮ ਹੈਲਥ ਕੇਅਰ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕਰ ਰਹੀ ਹੈ, ਇੱਕ ਸਕੀਮ ਐਜੂਕੇਸ਼ਨ ਤੇ ਫੋਕਸ ਕਰ ਰਹੀ ਹੈ, ਇੱਕ ਸਕੀਮ ਸਪੋਰਟਸ ਤੇ ਫੋਕਸ ਕਰ ਰਹੀ ਹੈ, ਇੱਕ ਸਕੀਮ ਪਰਸਨੈਲਿਟੀ ਡਿਵੈਲਪਮੈਂਟ ਤੇ, ਐਨੀਥਿੰਗ ਲਾਈਕ ਦੈਟ। ਅਗਰ ਸਾਰੀ ਦੀ ਸਾਰੀ ਯੂਥ ਰਿਲੇਟਿਡ ਸਕੀਮਸ ਨੂੰ ਕਨਵਰਜ ਕੀਤਾ ਜਾ ਸਕੇ then overall holistic youth development we can see। right। this is what we require at this time। ਠੀਕ ਹੈ। ਇਹ ਚੀਜ਼ ਦੀ ਜ਼ਰੂਰਤ ਹੈ, ਇਹ ਕਰਨ ਦੀ ਆਪਾਂ ਨੂੰ ਜ਼ਰੂਰਤ ਹੈ। ਰਾਈਟ। that is what here envisage ਕੀਤਾ ਜਾ ਰਿਹਾ ਕਨਵਰਜੈਂਸ ਬਿਟਵੀਨ ਦੀ ਸਕੀਮ। ਸੈਂਟਰਲਾਈਜ਼ਡ ਡਾਟਾ ਹੋਏਗਾ ਸਾਰੀ ਇਨਫੋਰਮੇਸ਼ਨ ਲਈ। ਠੀਕ ਹੈ। ਯੰਗ ਪੀਪਲ, ਗਵਰਨਮੈਂਟ ਸਕੀਮਸ, ਐਵਰੀਥਿੰਗ ਵਿਲ ਬੀ ਮੈਂਸ਼ਨਡ ਹੇਅਰ। ਕਿਹੜੀ ਮਿਨਿਸਟਰੀ ਕਿਸ ਚੀਜ਼ ਲਈ ਰਿਸਪੌਂਸਿਬਲ ਹੈ, ਐਵਰੀਥਿੰਗ ਵਿਲ ਬੀ ਰਿਟਨ ਹੇਅਰ। ਟੂ ਵੇ ਕਮਿਊਨੀਕੇਸ਼ਨ ਹੋਏਗੀ, ਇੱਕ ਪਾਸੇ ਯੂਥ ਐਂਡ ਦੂਸਰੇ ਯੂਥ ਐਂਡ ਗਵਰਨਮੈਂਟ। ਗਵਰਨਮੈਂਟ ਦੇ ਜਿੰਨੇ ਵੀ ਇਨੀਸ਼ੀਏਟਿਵਸ ਹੈ, ਅਦਰ ਸਟੇਕ ਹੋਲਡਰਸ ਜਿਹੜੇ ਵੀ ਇਨਵੋਲਵਡ ਹੈ, ਸਭ ਕਮਿਊਨੀਕੇਸ਼ਨ ਦੇ ਨਾਲ ਚੱਲਦਾ ਰਹੇਗਾ। ਇਹ ਨਹੀਂ ਹੈ ਕਿ ਸਿਰਫ ਗਵਰਨਮੈਂਟ ਵਿਲ ਬੀ ਕੀਪ providing, they can also give their feedback and all।
ਰਾਈਟ। ਸੋ ਇਹ ਸਕੀਮ ਐਨਵਿਸੇਜ ਕੀਤੀ ਗਈ ਹੈ, ਹਜੇ ਮੋਟਾ-ਮੋਟਾ ਯਾਦ ਰੱਖੋ, ਡਿਟੇਲਸ ਜਦੋਂ ਇਸ ਪਲੈਟਫਾਰਮ ਦੀਆਂ ਉੱਭਰ ਕੇ ਆਉਣਗੀਆਂ ਤਾਂ ਜ਼ਿਆਦਾ ਸਮਝ ਆਏਗਾ ਕਿ ਇਹ ਕਿਵੇਂ ਕਿਆ ਆਬਜੈਕਟਿਵ ਅਚੀਵ ਕਰਨਾ ਹੈ। ਹਜੇ ਸਿਰਫ ਯੂਥ ਦੇ ਏਰੀਆ ਵਿੱਚ ਇਹ ਸਕੀਮ ਤੁਸੀਂ ਜ਼ਰੂਰ ਲਿਖ ਕੇ ਆਉਣੀ ਹੈ, ਇਹ ਫਲੈਗਸ਼ਿਪ ਸਕੀਮ ਬਣ ਗਈ ਹੈ ਗਵਰਨਮੈਂਟ ਦੀ, ਰਾਈਟ। agricultural practices behind groundwater pollution in Punjab study. So देखो various studies ਹੁੰਦੀਆਂ ਰਹਿੰਦੀਆਂ ਹੈ, IITs, universities, different universities in Punjab ਦੀ water situation, agriculture situation ਨੂੰ assess ਕਰਦੀਆਂ ਰਹਿੰਦੀਆਂ ਹੈ। So ਇਹ ਹੁਣ ਇੱਕ latest study ਆਈ ਹੈ which has signified, which has shown that because of green revolution ਪੰਜਾਬ ਦੇ groundwater situation, ਪੰਜਾਬ ਦੇ ਵਿੱਚ chemical leaching ਬਹੁਤ ਜ਼ਿਆਦਾ ਹੋ ਗਈ ਹੈ, ਰਾਈਟ। ਕਿਵੇਂ ਹੋਈ ਹੈ? देखो ग्रीन रेवोल्यूशन तो बाद क्या हुआ, ਅਸੀਂ ਰਾਈਸ ਤੇ ਵੀਟ ਦੀ ਮੋਨੋਕ੍ਰੋਪਿੰਗ ਸ਼ੁਰੂ ਕਰਤੀ। ਵਾਈ ਰਾਈਸ ਵੀਟ? ਬਿਕੋਜ਼ ਫਰਸਟਲੀ ਗਵਰਨਮੈਂਟ ਸਪੋਰਟ ਇਹਦੇ ਲਈ ਮਿਲ ਰਹੀ ਸੀ, ਗਵਰਨਮੈਂਟ ਨੇ ਐਮਐਸਪੀ ਪ੍ਰੋਗਰਾਮ ਇਹਨਾਂ ਤੋਂ ਕ੍ਰੌਪਸ ਲਈ ਚਲਾਇਆ ਗਿਆ ਸੀ, ਜਿਹੜਾ ਕਿ ਬਾਕੀ ਕ੍ਰੌਪਸ ਲਈ ਉਦੋਂ ਨਹੀਂ ਪ੍ਰੈਜ਼ੈਂਟ ਸੀ। ਉਸ ਤੋਂ ਬਾਅਦ ਗਵਰਨਮੈਂਟ ਨੇ ਹਾਈ ਯੀਲਡਿੰਗ ਵੈਰਾਈਟੀਜ਼, ਆਧੁਨਿਕ ਸੀਡਸ ਜਿਹੜੇ ਕਿ ਬਹੁਤ ਜ਼ਿਆਦਾ ਪ੍ਰੋਡਕਸ਼ਨ ਦੇ ਸਕਦੇ ਆ, ਉਹ ਇਹਨਾਂ ਕ੍ਰੌਪਸ 'ਚ ਹੀ ਇੰਟਰੋਡਿਊਸ ਕੀਤੀ ਸੀ, ਰਾਈਟ। ਬਿਕੋਜ਼ ਆਫ ਥੀਸ ਟੂ ਇਨੀਸ਼ੀਏਟਿਵਸ ਫਾਰਮਰ ਨੇ ਕਿਆ ਕੀਤਾ, ਰਾਈਸ ਵੀਟ ਨੂੰ ਜ਼ਿਆਦਾ ਗਰੋ ਕਰਨਾ ਸ਼ੁਰੂ ਕੀਤਾ, ਕਿਉਂਕਿ ਉੱਥੇ ਹੀ ਸਭ ਤੋਂ ਜ਼ਿਆਦਾ ਪ੍ਰੋਫਿਟ ਸੀਗਾ, ਗਵਰਨਮੈਂਟ ਖਰੀਦ ਵੀ ਲੈਂਦੀ ਸੀ ਅੱਛੇ ਦਾਮਾਂ ਤੇ ਸੀਡ ਵੀ ਅੱਛੀ ਪੈਦਾਵਾਰ ਦਿੰਦੇ ਸੀ। ਇਸੇ ਲਈ ਦ ਪ੍ਰੋਫਿਟਸ ਫਰੋਮ ਥੀਸ ਕ੍ਰੌਪਸ ਵਾਸ ਵੈਰੀ ਹਾਈ, ਰਾਈਟ। ਸੋ ਰਾਈਸ ਵੀਟ ਦੀ ਮੋਨੋਕ੍ਰੋਪਿੰਗ ਸ਼ੁਰੂ ਹੋ ਗਈ। ਹੁਣ ਰਾਈਸ ਦੇਖੋ, ਰਾਈਸ ਤੇ ਵੀਟ ਦੋਨੋਂ ਹੀ ਵਾਟਰ ਇੰਟੈਂਸਿਵ ਕ੍ਰੌਪਸ ਹੈ। ਤੁਸੀਂ ਕਿਸੇ ਹੋਰ ਕ੍ਰੌਪ ਨਾਲ ਸੋਇਲ ਨੂੰ ਰਿਜੂਵਿਨੇਟ ਨਹੀਂ ਕਰ ਰਹੇ, ਤੁਸੀਂ ਕ੍ਰੌਪ ਰੋਟੇਸ਼ਨ ਨਹੀਂ ਕਰ ਰਹੇ, ਤੁਸੀਂ ਹੋਰ ਕੋਈ ਕ੍ਰੌਪ ਉਗਾ ਹੀ ਨਹੀਂ ਰਹੇ ਹੋ। ਉਹਦੇ ਨਾਲ ਕੀ ਹੁੰਦਾ ਹੈ, ਕੰਟੀਨਿਊਸਲੀ ਸੇਮ ਕ੍ਰੌਪ ਉਗਾਉਣ ਨਾਲ ਤੁਹਾਡੀ ਸੋਇਲ ਜਿਹੜੀ ਹੈ ਉਹ ਬਹੁਤ ਇਨਫਰਟਾਈਲ ਹੋ ਗਈ। ਇਹ ਕ੍ਰੌਪਸ ਜਿਹੜੀਆਂ ਪਾਰਟਿਕੂਲਰ ਮਿਨਰਲਸ ਰਹਿੰਦੀਆਂ ਉਹ ਲੈਂਦੀਆਂ ਰਹੀਆਂ, ਕਿਸੇ ਵੀ ਥਰੂ ਆਪਾਂ ਪਲਸਿਸ ਵਗੈਰਾ ਗਰੋ ਕਰਕੇ ਉਹਨਾਂ ਨੂੰ ਰਿਪਲੈਨਿਸ਼ ਨਹੀਂ ਕੀਤਾ, ਰਾਈਟ। ਸੋ ਸੋਇਲ ਇਨਫਰਟਾਈਲ ਹੁੰਦੀ ਰਹੀ। ਵਾਟਰ ਦੀ ਇੰਟੈਂਸਿਟੀ ਇਹਨਾਂ ਦੀ ਬਹੁਤ ਜ਼ਿਆਦਾ ਹੈ, ਇਹ ਬਹੁਤ ਜ਼ਿਆਦਾ ਵਾਟਰ ਰਿਕੁਆਇਰਮੈਂਟ ਵਾਲੀ ਕ੍ਰੌਪਸ ਹੈ, ਰਾਈਟ। ਇਹਦੇ ਨਾਲ ਕੀ ਹੋਇਆ, ਆਪਣੀ ਵਾਟਰ ਰਿਕੁਆਇਰਮੈਂਟਸ ਵੱਧਦੀਆਂ ਗਈਆਂ। ਆਪਾਂ ਜਿਹੜੇ ਹੈ ਜ਼ਿਆਦਾ ਤੋਂ ਜ਼ਿਆਦਾ ਮੌਨਸੂਨ ਤੇ ਡਿਪੈਂਡੈਂਟ ਹੁੰਦੇ ਗਏ, ਠੀਕ ਹੈ। ਦੇਖੋ ਇੰਡੀਆ ਦੇ ਵਿੱਚ ਮੌਨਸੂਨ ਤੇ ਡਿਪੈਂਡੈਂਸ ਬਹੁਤ ਹਾਈ ਹੈ ਫॉर ਇਰੀਗੇਸ਼ਨ। ਮੌਨਸੂਨ ਦਾ ਪਾਣੀ ਹੀ ਆਪਾਂ ਨੂੰ ਇਰੀਗੇਸ਼ਨ ਦੀ ਨੀਡਸ ਫੁਲਫਿਲ ਕਰਦਾ ਹੈ। ਬਟ ਹੁਣ ਜਦੋਂ ਮੌਨਸੂਨ ਵੀਕ ਹੋਏਗਾ ਉਦੋਂ ਕਿਆ ਕਰੋਗੇ, ਰਾਈਟ। ਮੌਨਸੂਨ ਤੇ ਡਿਪੈਂਡੈਂਸੀ ਤਾਂ ਵੱਧ ਗਈ, ਬਟ ਜਦੋਂ ਮੌਨਸੂਨ ਵੀਕ ਹੈ ਉਦੋਂ ਕੀ ਹੋਏਗਾ? that is when Punjab's farmers started focusing on groundwater extraction। ਇਸੇ ਲਈ ਵੱਡੇ ਵੱਡੇ ਪੰਪਸ ਲੱਗ ਗਏ ਨੇ, ਸਿੱਧਾ ਗਰਾਊਂਡ ਚੋਂ ਵਾਟਰ ਐਕਸਟਰੈਕਟ ਕਰਦੇ ਆ ਆਪਾਂ। ਮੌਨਸੂਨ ਆਵੇ ਨਾ ਆਵੇ, ਮੀਂਹ ਪੈਣ ਨਾ ਪੈਣ, ਗਰਾਊਂਡ ਵਾਟਰ ਰਿਪਲੈਨਿਸ਼ ਹੋਵੇ ਨਾ ਹੋਵੇ, ਬਟ ਐਕਸਟਰੈਕਸ਼ਨ ਜਿਹੜੀ ਹੈ ਫੁੱਲ ਔਨ ਚੱਲ ਰਹੀ ਹੈ, ਰਾਈਟ। ਉੱਤੋਂ ਦੀ ਗਵਰਨਮੈਂਟ ਨੇ ਕਿਸਾਨ ਲਈ ਇਲੈਕਟ੍ਰਿਸਿਟੀ ਵੀ ਫ੍ਰੀ ਕਰ ਦਿੱਤੀ ਹੈ, ਰਾਈਟ। ਸੋ ਹੁਣ ਮਤਲਬ ਉਹਨਾਂ ਨੂੰ ਇਹਦਾ ਵੀ ਖਰਚਾ ਨਹੀਂ ਹੈ ਕਿ ਪੰਪਸ 'ਚ ਸਾਨੂੰ ਜੀ ਇੰਨਾ ਪੈਸਾ ਲੱਗ ਰਿਹਾ ਹੈ, ਤੇਲ ਡੀਜ਼ਲ ਫੂਕ ਰਿਹਾ ਹੈ, ਅਸੀਂ ਟਾਈਮਲੀ ਬੰਦ ਕਰ ਦੀਜੀਏ, ਘੱਟ ਯੂਜ਼ ਕਰ ਲੀਜੀਏ। ਕਹਿਣ ਦਾ ਮਤਲਬ ਹੈ ਕਿ ਜਿਹੜੀ ਚੀਜ਼ਾਂ ਰੋਕ ਸਕਦੀਆਂ ਹੈ, ਥੋੜਾ ਬਹੁਤ ਵੀ ਇੰਪੈਕਟ ਪਾ ਸਕਦੇ ਹੈ ਕੰਜ਼ੰਪਸ਼ਨ ਤੇ, ਉਹ ਸਭ ਖਤਮ ਹੋ ਸਕਦਾ ਹੈ, ਰਾਈਟ। ਇਸ ਤੋਂ ਪਤਾ ਕਿ ਇਸ ਦੀ ਵਜ੍ਹਾ ਤੋਂ ਕਿਆ ਹੋਇਆ, ਦ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਇਨਕਰੀਜ਼ਡ ਮੈਨੀਫੋਲਡ, ਇਨਕਰੀਜ਼ਡ ਮਲਟੀਪਲ ਫੋਲਡ, ਰਾਈਟ। ਆਪਾਂ ਹੁਣ ਪੰਜਾਬ ਦੇ ਗਰਾਊਂਡ ਵਾਟਰ ਚੋਂ ਇਹ ਸਮਝ ਲਓ ਆਪਣਾ ਟੈਂਕ ਹੈ, ਗਰਾਊਂਡ ਦੇ ਵਿੱਚ ਪਏ ਆਪਣੇ ਟੈਂਕਸ ਨੇ, ਰਾਈਟ। ਸੋ ਹੁਣ ਦੇਖੋ ਮੀਂਹ ਮੌਨਸੂਨ ਤਾਂ ਪਹਿਲਾਂ ਹੀ ਨਹੀਂ ਆ ਰਿਹਾ, ਟੈਂਕ 'ਚ ਪਾਣੀ ਜਿਹੜਾ ਹੈ ਉਹ ਹੁਣ ਆਪਣੇ ਜਾਣਾ ਬੰਦ ਹੋ ਗਿਆ ਹੈ। ਆਪਾਂ ਕਿਆ ਕਰ ਰਹੇ ਹਾਂ, ਬਟ ਜ਼ਿਆਦਾ ਤੋਂ ਜ਼ਿਆਦਾ ਪਾਣੀ ਹਰ ਰੋਜ਼ ਯੂਜ਼ ਕਰ ਰਹੇ ਹਾਂ, ਰਾਈਟ। ਮਤਲਬ ਕਿਆ ਹੋ ਰਿਹਾ ਹੈ, ਪਾਣੀ ਜਿਹੜਾ ਹੈ ਖਤਮ ਹੋ ਰਿਹਾ ਹੈ। ਨੀਚੇ ਰਿਪਲੈਨਿਸ਼ ਕਰਨ ਲਈ ਕੋਈ ਵੀ ਰਿਸੋਰਸ ਬਚ ਨਹੀਂ ਰਿਹਾ, ਪਾਣੀ ਜਿਹੜਾ ਹੈ ਉੱਤੋਂ ਬਾਰਿਸ਼ ਤੋਂ ਆ ਹੀ ਨਹੀਂ ਰਿਹਾ। ਨਾਓ ਵੀ ਆਰ ਲੈਫਟ ਵਿਦ ਵੈਰੀ ਲਿਟਲ ਵਾਟਰ, ਰਾਈਟ। ਇਸ ਵਜ੍ਹਾ ਤੋਂ ਕਿਆ ਹੋ ਰਿਹਾ ਹੈ ਕਿ ਆਪਣੀ ਗਰਾਊਂਡ ਵਾਟਰ ਸਿਚੁਏਸ਼ਨ ਕਾਫੀ ਖਰਾਬ ਹੈ, ਰਾਈਟ। ਹੁਣ ਗਰਾਊਂਡ ਵਾਟਰ ਸਿਚੁਏਸ਼ਨ ਹੀ ਨਹੀਂ ਖਰਾਬ, ਬਟ ਆਪਾਂ ਐਗਰੀਕਲਚਰ 'ਚ ਇੰਨੇ ਕੈਮੀਕਲਸ ਵੀ ਯੂਜ਼ ਕਰ ਰਹੇ ਹਾਂ, ਫਰਟੀਲਾਈਜ਼ਰਸ, ਪੈਸਟੀਸਾਈਡਸ, ਇੰਨੇ ਕੈਮੀਕਲਸ ਯੂਜ਼ ਕਰ ਰਹੇ ਹਾਂ, ਇਹ ਪਾਣੀ ਨਾਲ ਮਿਕਸ ਹੋ ਕੇ, ਸੋਇਲ ਨਾਲ ਮਿਕਸ ਹੋ ਕੇ ਹੋਰ ਨੀਚੇ ਗਰਾਊਂਡ ਵਾਟਰ ਦੇ ਵਿੱਚ ਜਾਈ ਜਾ ਰਹੇ ਨੇ, ਰਾਈਟ। ਲੀਚਿੰਗ ਆਫ ਕੈਮੀਕਲਸ ਇਨਟੂ ਦੀ ਸੋਇਲ, ਇਨਟੂ ਦੀ ਗਰਾਊਂਡ ਵਾਟਰ, ਰਾਈਟ। ਸੋ ਕਹਿਣ ਦਾ ਮਤਲਬ ਹੈ ਆਪਣੀ ਸੋਇਲ, ਐਗਰੀਕਲਚਰ, ਵਾਟਰ ਸਭ ਕੁਝ ਪੋਲਿਊਟਡ ਹੈ ਵਿਦ ਦਿਸ ਕੈਮੀਕਲਸ, ਐਂਡ ਇਟ ਇਜ਼ ਆਲਸੋ ਡਿਕਲਾਈਨਿੰਗ ਇਨ ਕੁਆਂਟੀਟੀ, ਰਾਈਟ। ਸੋ that is why the report is saying ਕਿ ਪੰਜਾਬ ਜੋ ਇੱਕ ਦਿਨ ਬ੍ਰੈਡ ਬਾਲ ਆਫ ਇੰਡੀਆ ਹੁੰਦਾ ਸੀ, ਹੁਣ ਕੈਂਸਰ ਕੈਪੀਟਲ ਬਣ ਗਿਆ ਹੈ, ਰਾਈਟ। ਵਾਟਰ ਪੋਲਿਊਸ਼ਨ ਦੇ ਕਰਕੇ ਵੀ ਹੈਵ ਬਿਕਮ ਦ ਕੈਂਸਰ ਕੈਪੀਟਲ, ਰਾਈਟ। ਉਸ ਤੋਂ ਬਾਅਦ ਇਹ ਤਾਂ ਹੈਲਥ ਇੰਪੈਕਟ, ਤੇ ਦੂਸਰਾ ਇੰਪੈਕਟ ਗਰਾਊਂਡ ਵਾਟਰ ਸਿਚੁਏਸ਼ਨ ਤੇ। ਸਾਡੀ ਅੱਜ ਇਰੀਗੇਸ਼ਨ ਜਿਹੜੀ ਹੈ 74% ਗਰਾਊਂਡ ਵਾਟਰ ਤੇ ਡਿਪੈਂਡੈਂਟ ਹੈ, ਰਾਈਟ। ਸਪੈਸ਼ਲੀ ਜਦੋਂ ਮੌਨਸੂਨ ਘੱਟ ਹੁੰਦਾ ਹੈ ਉਦੋਂ,
ਇਹਦੇ ਵਜ੍ਹਾ ਤੋਂ ਗਰਾਊਂਡ ਵਾਟਰ ਟੇਬਲ ਵੀ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਉਹ ਵੀ ਡਿਕਲਾਈਨ ਕਰ ਰਿਹਾ ਹੈ, ਰਾਈਟ। ਸੋ ਥੀਸ ਆਰ ਸਰਟੇਨ ਇਸ਼ੂਜ਼, ਤੁਹਾਨੂੰ ਕੁਐਸਚਨਸ ਦੇ ਰੂਪ ਚ ਆ ਸਕਦਾ ਹੈ ਕਿ ਐਗਰੀਕਲਚਰ ਦੇ ਕੀ ਇਸ਼ੂਜ਼ ਹੈ, ਗਰਾਊਂਡ ਵਾਟਰ ਕਿਉਂ ਇੰਨਾ ਇੰਪੈਕਟ ਰਹਿ ਰਿਹਾ ਹੈ ਐਗਰੀਕਲਚਰ ਚ, ਕਿਆ ਵੇਜ਼ ਹੈ, ਉਹ ਸਭ ਡਿਸਕਸ਼ਨ ਚ ਤੁਸੀਂ ਇਹ ਡਿਸਕਸ਼ਨ ਜਿਹੜੀ ਹੈ ਯੂਜ਼ ਕਰ ਸਕਦੇ ਹੋ ਉਹ ਜਿਹੇ ਕੁਐਸਚਨਸ ਦੇ ਵਿੱਚ, ਰਾਈਟ। ਇਹਨੂੰ ਸਮਝੋ, ਆਪਦੇ ਕੋਲ ਫਲੋ ਚਾਰਟ ਦੀ ਤਰ੍ਹਾਂ ਲਿਖ ਕੇ ਰੱਖੋ, ਇਟ ਵਿਲ ਹੈਲਪ ਯੂ ਇਨ ਆਲ ਦ ਆਂਸਰਸ, ਰਾਈਟ। ਨੈਕਸਟ ਹੈਗਾ ਹੈ ਇੰਡੀਆ ਇਟਲੀ ਸਾਈਨ ਡਿਫੈਂਸ ਪੈਕਟ, ਰਾਈਟ। ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਇੰਡੀਆ ਯੂਰਪ ਨਾਲ ਅਗਰ ਇੰਡੀਆ ਦਾ ਕੋਈ ਐਸੇ ਜਾਂ ਆਰਟੀਕਲ ਜਾਂ ਕੁਐਸਚਨ ਆ ਜਾਂਦਾ ਹੈ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਇਟਲੀ ਜਿਹੜਾ ਹੈ ਨਵਾਂ ਆਪਣਾ ਡਿਫੈਂਸ ਪਾਰਟਨਰ ਬਣ ਗਿਆ ਹੈ, ਅਗਰੀਮੈਂਟ ਔਨ ਕੋਆਪਰੇਸ਼ਨ ਇਨ ਦੀ ਫੀਲਡ ਆਫ ਡਿਫੈਂਸ ਸਾਈਨ ਹੋ ਗਿਆ ਹੈ, ਪ੍ਰਮੋਟ ਬਾਇਲੇਟਰਲ ਕੋਆਪਰੇਸ਼ਨ ਇਨ ਸਿਕਿਉਰਿਟੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਵਗੈਰਾ 'ਚ ਫੋਕਸ ਕੀਤਾ ਜਾ ਰਿਹਾ ਹੈ, ਰਾਈਟ। ਸੋ ਇਹ ਲਿਖ ਕੇ ਰੱਖੋ, ਅਗੇਨ you can use in international relation answers, right। ਹੁਣ prelims based ਇੱਕ ਫੈਕਟ ਹੈ, operation ਅਜय has been launched ਇਜ਼ਰਾइल ਚ, ਤੁਹਾਨੂੰ ਪਤਾ ਹੀ ਹੈ ਹਮਾਸ ਐਂਡ ਇਜ਼ਰਾइल ਦੇ ਆਰ ਇਨ ਅ ਕਨਫਲਿਕਟ ਰਾਈਟ ਨਾਓ। ਹਮਾਸ ਨੇ ਅਚਾਨਕ ਹੀ ਇਜ਼ਰਾइल ਦੇ ਉੱਤੇ ਅਟੈਕ ਕਰ ਦਿੱਤਾ ਸੀ ਵਿਦ 5000 ਪਲੱਸ ਮਿਸਾਈਲਸ ਇਟ ਇਜ਼ ਬੀਇੰਗ ਸਾਈਡ। ਸੋ ਇਸ ਵਜ੍ਹਾ ਤੋਂ ਕਿਆ ਹੈ, ਜਿੱਥੇ ਜਿੰਨੇ ਉੱਥੇ ਇੰਡੀਅਨਸ ਰਹਿ ਰਹੇ ਆ ਉਹ ਵੀ ਬਹੁਤ ਇੰਪੈਕਟ ਹੋ ਰਹੇ ਨੇ, ਰਾਈਟ। ਸੋ ਉਹਨਾਂ ਦੀ ਸੇਫ ਇਵੈਕੂਏਸ਼ਨ ਲਈ for the help for helping our diaspora ਅਸੀਂ ਇਹ ਆਪਰੇਸ਼ਨ ਅਜੇ ਜਿਹੜਾ ਹੈ ਲਾਂਚ ਕੀਤਾ ਹੈ ਟੂ ਫੈਸਿਲਿਟੇਟ ਦੀ ਰਿਟਰਨ ਆਫ ਇਜ਼ਰਾइल ਫਰੋਮ ਇਜ਼ਰਾइल ਆਫ ਆਵਰ ਸਿਟੀਜ਼ਨਸ। ਫ੍ਰੀਲੀ ਫਲਾਈਟਸ ਚਲਾਈਆਂ ਜਾ ਰਹੀਆਂ ਹੈ। ਇਹ ਆਪਰੇਸ਼ਨ ਦਾ ਨਾਮ ਯਾਦ ਰੱਖੋ, ਡਾਇਸਪੋਰਾ ਬਾਰੇ ਆਰਟੀਕਲ ਐਸਏਸ ਜਾਂ ਆਨਸਰਸ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ। ਇੰਡੀਆ ਇਜ਼ਰਾइल ਰਿਲੇਸ਼ਨਸ ਚ ਯੂ ਮਾਈਟ ਆਲਸੋ ਮੇਕ ਅ ਰੈਫਰੈਂਸ ਆਫ ਦਿਸ ਆਪਰੇਸ਼ਨ, ਠੀਕ ਹੈ। ਬਾਕੀ ਯਾਦ ਰੱਖੋ ਮੈਚ ਦਾ ਫੋਲੋਇੰਗ ਦੇ ਫਾਰਮ ਵਿੱਚ ਆ ਸਕਦੇ ਆ ਡਿਫਰੈਂਟ ਆਪਰੇਸ਼ਨ ਰਾਹਤ ਆਲਰੇਡੀ ਚਲਾਇਆ ਜਾ ਚੁੱਕਿਆ ਹੈ, ਸੰਕਟ ਮੋਰਚਨ ਬਹੁਤ ਸਾਰੇ ਪ੍ਰੋਗਰਾਮਸ ਇੰਡੀਅਨ ਗਵਰਨਮੈਂਟ ਨੇ ਚਲਾਏ ਹੈ ਡਾਇਸਪੋਰਾ ਲਈ, ਤਾਂ ਉਹ ਪਤਾ ਹੋਣੇ ਚਾਹੀਦੇ ਆ, ਲੇਟੈਸਟ ਵਨਸ ਸਪੈਸ਼ਲੀ, ਰਾਈਟ। ਲਾਸਟ ਟੌਪਿਕ ਹੈਗਾ ਹੈ ਕਰੰਟ ਅਫੇਅਰਸ ਦਾ, ਫੇਰ ਪ੍ਰੀਲਿਮਸ ਲਈ ਇੰਪੋਰਟੈਂਟ ਹੈ, ਅਦਰਵਾਈਜ਼ ਨਾਟ ਇੰਪੋਰਟੈਂਟ। ਪਰਸਨੈਲਿਟੀ ਬੇਸਡ ਕੁਐਸਚਨਸ ਕਦੇ ਕਦੇ ਆ ਜਾਂਦੇ ਹੈ। ਸੋ ਜਸਟਿਸ ਰਿਤੂ ਬਾਹਰੀ ਅਪਾਇੰਟਡ ਐਕਟਿੰਗ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਕੋਰਟ, ਠੀਕ ਹੈ ਜੀ। ਦਿਸ ਇਜ਼ ਦ ਲੇਡੀ, ਇਹ ਜਿਹੜੀ ਹੈ ਪੰਜਾਬ ਹਰਿਆਣਾ ਕੋਰਟ ਦੇ ਇਹਨਾਂ ਨੂੰ ਚੀਫ ਜਸਟਿਸ ਦੀ ਤਰ੍ਹਾਂ ਪੋਜੀਸ਼ਨ ਮਿਲ ਗਈ ਹੈ। ਦਿਸ ਇਜ਼ ਐਨ ਇੰਪੋਰਟੈਂਟ ਡਿਵੈਲਪਮੈਂਟ, ਜੁਡੀਸ਼ਰੀ ਦੀ ਹਾਈਐਸਟ ਅਥਾਰਟੀ ਇਹ ਬਣ ਗਈ ਹੈ। ਕੁਐਸਚਨ ਆ ਸਕਦਾ ਹੈ ਤਾਂ ਇਹਨੂੰ ਯਾਦ ਰੱਖੋ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹਨਾਂ ਨੇ ਲਾਅ ਕੀਤੀ ਹੈ 1985 ਦੇ ਵਿੱਚ। ਉਸ ਤੋਂ ਬਾਅਦ ਪੰਜਾਬ ਦੇ ਬਾਰ ਕਾਉਂਸਲ, ਪੰਜਾਬ ਹਰਿਆਣਾ ਦੇ ਬਾਰ ਕਾਉਂਸਲ ਵਿੱਚ ਇਹ ਐਨਰੋਲ ਹੋ ਚੁੱਕੀ ਹੈ। ਉਸ ਤੋਂ ਬਾਅਦ ਕਾਫੀ ਇੰਪੋਰਟੈਂਟ ਪੋਜੀਸ਼ਨਸ ਇਹਨਾਂ ਨੇ ਆਪਦੀ ਲਾਈਫ ਵਿੱਚ ਹੋਲਡ ਕੀਤੀਆਂ ਹੈ। ਐਡਵੋਕੇਟ ਜਨਰਲ, ਅਸਿਸਟੈਂਟ ਐਡਵੋਕੇਟ ਜਨਰਲ ਆਫ ਹਰਿਆਣਾ ਰਹੀ ਹੈ, ਡੈਪੂਟੀ ਐਡਵੋਕੇਟ ਜਨਰਲ ਆਫ ਹਰਿਆਣਾ ਰਹੀ ਹੈ, ਫਿਰ ਉਸ ਤੋਂ ਬਾਅਦ ਸੀਨੀਅਰ ਐਡਵੋਕੇਟ ਜਨਰਲ ਵੀ ਰਹੀਆਂ ਹੈ, ਰਾਈਟ। ਨਾਓ ਸ਼ੀ ਹੈਜ਼ ਗੇਨਡ ਦ ਪੋਜੀਸ਼ਨ ਆਫ ਚੀਫ ਜਸਟਿਸ ਆਫ ਹਰਿਆਣਾ, ਰਾਈਟ। ਸੋ ਇਹਨਾਂ ਦਾ ਨਾਮ ਯਾਦ ਰੱਖੋ। ਪ੍ਰੀਲਿਮਸ ਵਿੱਚ ਕੁਐਸਚਨ ਪੋਸਿਬਿਲਿਟੀ ਹੈ ਕਿ ਆ ਸਕਦਾ ਹੈ, ਸੋ ਸਾਨੂੰ ਪਤਾ ਹੋਣਾ ਚਾਹੀਦਾ ਹੈ, right। That is all for today's discussion. If you have any doubt, query, just contact us at this number. We are there to help you in your civil services journey, right। Thank you so much for joining.